ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣਹੁ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਸਭ ਇਕ ਬਾਤ ਸਭ ਬਰਕਤ ਰੋਸ਼ਨ ਚਿਰਾਗ ਮੁਰਸ਼ਦ ਕਾਮਲ ਨੂਰੇ ਨਜ਼ਰ ਬਰਦ ਆਲਮ ਸ਼ਾਹ ਸ਼ਾਹ ਸ਼ਹਿਨਸ਼ਾਹ ਵਾਲੀਏ ਦੋ ਜਹਾਨ ਸਰਵਰੇ ਕਾਇਨਾਤ ਮੁਜਸਮਾਏ ਆਬੇ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਔਰ ਅਸ਼ਟਮ ਬਲਬੀਰਾ 8ਵੇਂ ਗੁਰਦੇਵ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਹੋਣਾ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਔਰ ਮੀਡੀਆ ਦੇ ਚੈਨਲ ਦੇ ਅਨੇਕਾਂ ਸਾਧਨਾਂ ਦੇ ਰਾਹੀਂ ਦੇਸ਼ ਵਿਦੇਸ਼ ਦੀ ਧਰਤੀ ਤੇ ਬੈਠ ਕਰਕੇ ਸੁਰਤੀ ਦੇ ਨਾਲ ਗੁਰੂ ਚਰਨਾਂ ਨਾਲ ਜੁੜੇ ਹੋਏ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰਮਤ ਹੋਈ ਹੈ ਜੋ ਆਪਾਂ ਸਭਨਾਂ ਤੇ ਸਤਿਗੁਰਾਂ ਨੇ ਤਰਸ ਕੀਤਾ ਔਰ ਇਹ ਭਾਗਾਂ ਭਰੀਆਂ ਘੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਆਓ ਪਾਵਨ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਜੋ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ ਔਰ ਨਾਲ ਹੀ ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੋਣਾ ਦਾ ਅੱਜ ਪਾਵਨ ਪਵਿੱਤਰ ਜਨਮ ਦਿਹਾੜਾ ਵੀ ਹੈ। ਤੋ ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹਕਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰਮਤ ਦਾ ਸਦਕਾ
जो लड़ीवार शब्द विचार चल रही है, तीसरे गुरुदेव जिन्हां दे बाबत भट्ट साहिबान ने उपमा करदियां हथ जोड़ के अखीर ते बोल कहे, भले अमरदास गुण तेरे, तेरी उपमा तोहे बण आवे। ऐसे दीन दयाल सतगुरु महाराज जी होना दी मुबारक रसना तो वारां ते वधीक सिरलेख दे हेठ जो श्लोक दर्ज ने, उन्हां दे विचों अज आपां 25 ते 26 नंबर श्लोक जो धन गुरु ग्रंथ साहिब महाराज जी दे पावन पवित्र अंग 1415 तो आरंभ है ते 1416 ते संपूर्णता है। महाराज इस पावन श्लोक 25 नंबर की जो पहली पंक्ति है बख्शिश करते ने, चिंता धावत रह गए ता मन भया आनंद, गुर प्रसादी बुझिए सा धन सुती निचिंद। गुरबाणी दे अंदर जदों महाराज जी ने मनुख दीयां लोड़ां दी गल कीती तां आम करके असीं एक शब्द जिहड़ा है वो वरतदे हां कि इच्छावां जिहड़ियां ने वो तां बादशाह दीयां भी पूरीआं नहीं हुंदियां। ਉਹਦੇ भी अंदर और महाराज जी ने एक शब्द वरत्या, मता करे पश्चिम कै ताई पूर्व ही लै जात, खिन मैं थाप उथापन हारा आपन हाथ, मतांत सियाणप काहू काम न आत, जो अनरूप्यो ठाकुर मेरे होए रही ਉਹ ਬਾਤ। अगला ਜਿਹੜਾ बचन ਕਹਿੰਦੇ ਹਨ, ਕਹਿੰਦੇ ਬੰਦੇ ਦੇ ਅੰਦਰ ਮਨਸ਼ਾ ਇਹ ਸੀ, ਰਾਜ ਕਮਾਵਣ ਧਨ ਜੋਰਨ ਕੀ ਮਨਸਾ। ਕਹਿੰਦੇ ਰਾਜ ਭਾਗ ਬਹੁਤ ਵੱਡਾ ਕਮਾਵਾਂ, ਬਹੁਤ ਸਾਰਾ ਮੈਂ ਧਨ ਜੋੜ ਲਵਾਂ। ਪਰ ਮਹਾਰਾਜ ਅਗਲਾ ਬਚਨ ਕਹਿੰਦੇ, ਬੀਚੇ ਨਿਕਸੇ ਸਾਸ। पर वो सब कुछ विच विचाले ही रह गया ते मालिक दे घर तो सदा आ गया। इच्छावां बादशाह दियां भी पूरीआं नहीं हुंदियां, लेकिन लोड़ां दी जदों गल आउंदी है कि एक मनुख दी जो नीड है, जो लोड़ है, वो उस अकाल पुरख वाहिगुरु परमेश्वर ने जिहड़ा भी जीव पैदा कीता है ਉਹਦੀ ਰੋਜੀ ਰੋਟੀ ਦਾ ਉਹਨੇ ਪ੍ਰਬੰਧ ਕੀਤਾ। ਇਹ ਗੱਲ ਵੱਖਰੀ ਹੈ ਵੀ ਕਿਸੇ ਦੇ ਬੜਾ ਪਿਆਰਾ ਬਚਨ ਜਿਹੜਾ ਆ, ਇਹ ਕਿਹਾ ਜਾਂਦਾ ਕਿ ਜਦੋਂ ਪਰਮੇਸ਼ਰ ਨੇ ਸਮਝਾਉਣ ਵਾਸਤੇ ਕੁਝ ਜਿਹੜੀਆਂ ਨੇ ਉਹ ਕਹਾਣੀਆਂ ਹੁੰਦੀਆਂ, ਕੋਈ ਦ੍ਰਿਸ਼ਟਾਂਤ ਹੁੰਦੇ ਆ, ਜਿਨ੍ਹਾਂ ਦਾ ਕਈ ਵਾਰ ਅਸਲੀਅਤ ਦੇ ਨਾਲ, ਜਾਂ ਅਸੀਂ ਆਖੀਏ ਜੀ ਇਹ ਕਿੱਥੇ ਲਿਖਿਆ ਜੀ, ਇਹ ਕਦੋਂ ਹੋਇਆ ਜੀ, ਉਹਨਾਂ ਚੀਜ਼ਾਂ ਨਾਲ ਸੰਬੰਧ ਨਹੀਂ ਹੁੰਦਾ। ਉਹ ਕਹਾਣੀਆਂ ਜਿਹੜੀਆਂ ਕੇਵਲ ਕੁਝ ਦਾਨਿਆਂ ਨੇ, ਸਿਆਣਿਆਂ ਨੇ ਕਿਸੇ ਔਖੇ ਵਿਸ਼ੇ ਨੂੰ ਜਾਂ ਔਖੀ ਗੱਲ ਨੂੰ ਸੌਖੇ ਸ਼ਬਦਾਂ ਵਿੱਚ ਸਮਝਾਉਣ ਦੇ ਲਈ ਕੋਈ ਨਾ ਕੋਈ ਕਹਾਣੀ ਜਿਹੜੀ ਉਹ ਕਹੀ ਜਾਂਦੀ। ਕਹਾਣੀ ਦੇ ਵੈਸੇ ਅਰਥ ਵੀ ਕਈ ਥਾਵਾਂ ਤੇ ਕੀਤੇ ਵੀ ਕਹਾ ਹੈ ਪਰ ਹੈ ਨਹੀਂ, ਮਤਲਬ ਇਹ ਸਮਝਣ ਵਾਸਤੇ ਆ, ਦ੍ਰਿਸ਼ਟਾਂਤ ਆ। ਉਹ ਕਹਿੰਦੇ ਜਦੋਂ ਮਨੁੱਖ ਇਸ ਧਰਤੀ ਤੇ ਆਉਣ ਲੱਗਾ ਤੇ ਹਰੇਕ ਜੀਵ, ਇਹ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਬਚਨ ਵਰਤਿਆ ਵੀ ਹਰ ਬੰਦਾ ਆਪਣਾ ਰਿਜ਼ਕ ਜੋ ਉਹਨੇ ਛਕਣਾ ਇਸ ਸੰਸਾਰ ਤੇ ਆ ਕੇ ਅੰਜਲ ਉਹ ਲੈ ਕੇ ਆਉਂਦਾ, ਲੇਕਿਨ ਉਹ ਕਿਸ ਵਸੀਲੇ ਦੇ ਰਾਹੀਂ ਉਹਨੂੰ ਪ੍ਰਾਪਤ ਹੋਣਾ ਹੈ
ਇਹ ਚੀਜ਼ ਜਿਹੜੀ ਇੱਕ ਵੱਖਰੀ ਹੈ। ਕਿਸੇ ਨੂੰ ਜੌਬ ਕਰਕੇ ਉਹ ਵਸੀਲਾ ਉਹਦਾ ਪਰਮੇਸ਼ਰ ਨੇ ਬਣਾ ਦਿੱਤਾ, ਕਿਸੇ ਦਾ ਰੋਟੀ ਦਾ ਵਸੀਲਾ ਪਰਮੇਸ਼ਰ ਨੇ ਖੇਤੀ ਨੂੰ ਬਣਾ ਦਿੱਤਾ, ਵੀ ਤੂੰ ਖੇਤੀ ਕਰੇਂਗਾ ਤੈਨੂੰ ਰੋਟੀ ਪ੍ਰਾਪਤ ਹੋਏਗੀ। ਕਿਸੇ ਦਾ ਉਹਨੇ ਵਪਾਰ ਨੂੰ ਵਸੀਲਾ ਬਣਾ ਦਿੱਤਾ, ਕਿਸੇ ਦਾ ਦੁਕਾਨਦਾਰੀ ਨੂੰ ਵਸੀਲਾ ਬਣਾ ਦਿੱਤਾ। ਇਹ ਚੇਤਾ ਰੱਖਿਓ, ਭਾਵੇਂ ਕੋਈ ਬੰਦਾ ਦਿਹਾੜੀ ਕਰਦਾ ਹੈ ਤੇ ਭਾਵੇਂ ਕਿਸੇ ਦੇ ਕਾਰਖਾਨੇ ਚੱਲਦੇ ਨੇ, ਲੈ ਦੇ ਕੇ ਇਹ ਵਸੀਲੇ ਸਾਰੇ ਰੋਟੀ ਦੇ ਹੀ ਨੇ। ਤਾਂ ਕਰਕੇ ਸ਼ਬਦ ਕਿਹਾ ਜਾਂਦਾ ਹੈ ਕਿ ਹੀਲੇ ਰਿਜ਼ਕ ਬਹਾਨੇ ਮੌਤ। ਇਹ ਹੀਲੇ ਨੇ ਜੋ ਪਰਮੇਸ਼ਰ ਨੇ, ਅਕਾਲ ਪੁਰਖ ਨੇ, ਪਰਮਾਤਮਾ ਨੇ ਬਣਾਏ, ਪਰ ਰਿਜ਼ਕ ਉਹਨੇ ਪਹਿਲਾਂ ਹੀ ਪਾਇਆ। ਕਿਉਂਕਿ ਜੇ ਉਹ ਬੈਠੇ ਬਿਠਾਏ ਨੂੰ ਦਿੰਦਾ ਤੇ ਸੰਸਾਰ ਦੀ ਖੇਡ ਬੜੀ ਵੱਖਰੀ ਹੋਣੀ ਸੀ। ਉਹਨੇ ਇੱਕ ਹਰਕਤ ਰੱਖੀ ਹੈ, ਵੀ ਤਾਂ ਕਰਕੇ ਦਾਨੇ ਕਹਿੰਦੇ ਹਰਕਤ ਦੇ ਵਿੱਚ ਬਰਕਤ ਹੈ। ਹੱਥ ਪੈਰ ਹਿਲਾਓ, ਉਹਦੇ ਤੋਂ ਬਾਅਦ ਪ੍ਰਸ਼ਾਦਾ ਪਾਣੀ ਜਿਹੜਾ ਹੈ, ਉਹ ਰੋਟੀ ਪਾਣੀ ਉਹ ਪ੍ਰਾਪਤ ਹੋਏਗਾ। ਉਹ ਕਹਿੰਦੇ ਜਦੋਂ ਪਰਮੇਸ਼ਰ ਰਿਜ਼ਕ ਵੰਡਣ ਲੱਗਾ, ਸੰਸਾਰ ਤੇ ਭੇਜਣਾ ਸੀ, ਲੈ ਭਾਈ ਲੈ ਜਾ ਤੂੰ ਵੀ ਆਪਣਾ। ਔਰ ਇਹ ਵੀ ਸਾਨੂੰ ਚੇਤਾ ਰੱਖਣਾ ਚਾਹੀਦਾ ਹੈ, ਇਸ ਜਗਤ ਦੇ ਉੱਤੇ ਨਾ ਕੋਈ ਕਿਸੇ ਦਾ ਖਾਂਦਾ ਹੈ ਤੇ ਨਾ ਕੋਈ ਕਿਸੇ ਨੂੰ ਖਵਾਉਂਦਾ ਹੈ। ਜਦੋਂ ਸਾਡੇ ਅੰਦਰੋਂ ਸਭ ਨਾਲੋਂ ਵੱਡਾ ਭੁਲੇਖਾ ਇਹ ਨਿਕਲ ਗਿਆ ਨਾ, ਨਹੀਂ ਤਾਂ ਬਹੁਤ ਵਾਰ ਮਨੁੱਖ ਦੇ ਅੰਦਰ ਇਹ ਖਿਆਲ ਆ ਜਾਂਦਾ, ਮੈਂ ਤਾਂ ਜੀ ਇੰਨੇ ਬੰਦਿਆਂ ਨੂੰ ਰੋਟੀ ਦੇ ਰਿਹਾ ਹਾਂ, ਮੇਰੇ ਕੋਲ ਤਾਂ ਇੰਨੇ ਵਰਕਰ ਕੰਮ ਕਰਦੇ ਆ, ਮੈਂ ਤਾਂ ਇੰਨਿਆਂ ਦੀ ਰੋਟੀ ਦਾ ਪ੍ਰਬੰਧ ਕੀਤਾ। ਮਹਾਰਾਜ ਕਹਿੰਦੇ ਆ, ਪਹਿਲਾਂ ਜਿਹਨੇ ਤੈਨੂੰ ਇਸ ਜੋਗ ਬਣਾਇਆ ਉਹਦਾ ਧੰਨਵਾਦ ਕਰਿਆ ਕਰ, ਹੰਕਾਰ ਨਾ ਕਰਿਆ ਕਰ। ਜੇ ਉਹਨੇ ਤੈਨੂੰ ਇੰਨੇ ਜੋਗਾ ਬਣਾਇਆ ਤੇ ਤਾਂ ਤੇਰੇ ਥੱਲੇ ਕੋਈ 4 ਕੋਈ 10 100 ਬੰਦਾ ਕੰਮ ਕਰਦਾ ਹੈ। ਜੇ ਤੈਨੂੰ ਇਸ ਜੋਗ ਹੀ ਨਾ ਬਣਾਉਂਦਾ, ਤੂੰ ਆਪ ਗਾਂ ਲੱਭਦਾ ਫਿਰਨਾ ਸੀ। ਤੋ ਫਿਰ ਸ਼ੁਕਰਾਨਾ ਆਉਂਦਾ ਹੈ ਅੰਦਰ, ਹੰਕਾਰ ਨਹੀਂ ਆਉਂਦਾ। ਉਹ ਜਦੋਂ ਰਿਜ਼ਕ ਵੰਡਣ ਲੱਗੇ ਤੇ ਪਹਿਲਾ ਮਨੁੱਖ ਖਲੋਤਾ ਜਾ ਕੇ ਝੋਲੀ ਅੱਡ ਕੇ, ਪਰਮੇਸ਼ਰ ਨੇ ਕਹਿੰਦੇ ਉਸ ਮਾਲਕ ਨੇ ਇੱਕ ਬੁੱਕ ਭਰਿਆ ਤੇ ਉਹਦੀ ਝੋਲੀ 'ਚ ਪਾ ਦਿੱਤਾ, ਸਾਰੇ ਦੇ ਸਾਰੇ ਦਾਣੇ ਜਿਹੜੇ ਝੋਲੀ 'ਚ ਪੈ ਗਏ। ਦੂਸਰੇ ਦੀ ਵਾਰੀ ਆਈ, ਉਹ ਵੀ ਝੋਲੀ ਅੱਡ ਕੇ ਖੜਾ ਹੋਇਆ। ਉਹਦੇ ਵੱਲ ਜਦੋਂ ਇਸ ਤਰ੍ਹਾਂ ਪਾਏ ਤੇ ਉਹ ਝੋਲੀ 'ਚ ਪਏ ਤਾਂ ਸਹੀ, ਪਰ ਕਾਫੀ ਦਾਣੇ ਝੋਲੀ 'ਚੋਂ ਬਾਹਰ ਥੱਲੇ ਡਿੱਗ ਪਏ, ਖਿਲਰ ਗਏ। ਉਹ ਵੇਖਦਾ ਹੈ, ਉਹ ਕਹਿੰਦਾ ਮਾਲਕ ਜੀ ਪਹਿਲੇ ਦੇ ਤਾਂ ਇੱਕ ਦਾਣਾ ਵੀ ਸੱਜੇ ਖੱਬੇ ਨਹੀਂ ਡਿੱਗਾ, ਸਾਰੇ ਝੋਲੀ 'ਚ ਪਾਤਾ, ਤਾਂ ਮੇਰੇ ਨਾਲ ਕੀ ਕੀਤਾ? ਤੇ ਕਹਿੰਦੇ ਅੱਗੋਂ ਹੁਕਮ ਹੋਇਆ ਵੀ ਜਿੱਥੇ ਜਿੱਥੇ ਖਿਲਰੇ ਨੇ ਉੱਥੇ ਉੱਥੇ ਜਾ ਕੇ ਚੁਗ ਲਈ। ਤੀਸਰਾ ਆਇਆ, ਉਹਦੇ ਅੱਧੇ ਕੁ ਪਏ, ਅੱਧੇ ਥੱਲੇ ਡਿੱਗ ਪਏ। ਚੌਥਾ ਆਇਆ, ਉਹਦਾ ਛਟਾ ਹੀ ਹੋ ਗਿਆ। ਹੁਣ ਇਹ ਆਪਾਂ ਬਾਣੀ ਚੋਂ ਜਦੋਂ ਬਚਨ ਪੜ੍ਹੀਏ ਸਮਝਣ ਵਾਸਤੇ ਦ੍ਰਿਸ਼ਟਾਂਤ ਹੈ। ਆਪਾਂ ਬਚਨ ਪੜ੍ਹਦੇ ਹਾਂ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਕੋਈ ਮਨੁੱਖ ਤੁਸੀਂ ਵੇਖੋ ਬਹੁਤ ਸਾਰੇ ਇੱਕੋ ਜ਼ਮੀਨ, ਪਹਿਲਾਂ ਦਾਦਾ ਪੜਦਾਦਾ ਵੀ ਵਾਹੁੰਦਾ ਸੀਗਾ, ਦਾਦਾ ਫਿਰ ਪਿਤਾ, ਗਾਂ ਹੁਣ ਬੱਚੇ ਵੀ ਉੱਥੇ ਹੀ ਰੋਟੀ ਖਾ ਰਹੇ। ਜਾਂ ਇੱਕ ਦੁਕਾਨ ਹੈ ਜਿਹਦੇ ਤੇ ਪਹਿਲਾਂ ਵੱਡਾ ਬੈਠਦਾ ਸੀ, ਬਾਅਦ ਚ ਅਗਲੀ ਪੀੜ੍ਹੀ ਬੈਠੀ, ਕਈ ਕਈ ਪੀੜ੍ਹੀਆਂ ਇੱਕ ਦੁਕਾਨ ਤੋਂ ਜਿਹੜਾ ਉਹ ਪਰਿਵਾਰ ਉਹਨਾਂ ਨੂੰ ਰੋਜੀ ਮਿਲ ਰਹੀ ਹੈ, ਚੱਲ ਰਿਹਾ ਕਾਰਜ। ਉਹ ਇੱਕੋ ਹੀ ਥਾਂ ਤੇ ਮਾਲਕ ਨੇ ਪਾ ਦਿੱਤੇ। ਪਰ ਕਈਆਂ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਪਿਤਾ ਕਿਤੇ ਹੈ, ਪੁੱਤਰ ਕਿਤੇ ਹੈ, ਗਾਂ ਪੋਤਰੇ ਜਿਹੜੇ ਨੇ ਉਹ ਹੋਰ ਕਿਤੇ ਨੇ। ਦਾਣੇ ਖਿਲਰੇ ਨੇ ਜਿੱਥੇ ਜਿੱਥੇ ਨੇ, ਉਹ ਜੀ ਚੁਗਦਾ ਫਿਰਦਾ। ਔਰ ਬਹੁਤਾਤ ਵਿੱਚ ਉਹ ਕਹਿੰਦਾ ਜੀ ਮੈਂ ਜ਼ਿੰਦਗੀ ਵਿੱਚ ਇੰਨੀਆਂ ਥਾਵਾਂ ਤੇ ਮੇਰੀ ਬਦਲੀ ਹੋ ਗਈ, ਮੈਂ ਉੱਥੇ ਗਿਆ, ਮੈਂ ਉੱਥੇ ਗਿਆ। ਜਿੱਥੇ ਜਿੱਥੇ ਮਾਲਕ ਨੇ ਰਿਜ਼ਕ ਪਾਇਆ, ਉੱਥੇ ਜਿੰਨੇ ਵੀ ਜੀ ਅਸੀਂ ਸੰਸਾਰ ਤੇ ਆਏ ਹਾਂ, ਹਰੇਕ ਮਨੁੱਖ ਨੂੰ ਮਾਲਕ ਨੇ ਰਿਜ਼ਕ ਦੇ ਕੇ ਤੋਰਿਆ, ਕਿਸੇ ਨੂੰ ਵੀ ਖਾਲੀ ਨਹੀਂ ਭੇਜਿਆ। ਲੇਕਿਨ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਨਾਲੋਂ ਵੱਡੀ ਚਿੰਤਾ ਇਹ ਹੈ, ਮਹਾਰਾਜ ਨੇ ਇੱਥੇ ਬਚਨ ਜਿਹੜਾ ਵਰਤਿਆ ਨਾ ਗੁਰੂ ਅਮਰਦਾਸ ਜੀ ਨੇ, ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਆਨੰਦ। ਮਹਾਰਾਜ ਕਹਿੰਦੇ ਆ ਕਿ ਹੁਣ ਚਿੰਤਾ ਜਿਹੜੀ ਉਹ ਸਮਾਪਤ ਹੋ ਗਈ। ਜਦੋਂ ਸਮਾਪਤ ਹੋਈ ਹੈ ਤਾਂ ਬੜਾ ਆਨੰਦ ਬਣ ਗਿਆ ਜੀਵਨ ਵਿੱਚ। ਔਰ ਸਿਆਣੇ ਕਹਿੰਦੇ ਚਿੰਤਾ ਚਿਤਾ ਦੇ ਸਮਾਨ ਹੈ। ਇਹ ਕਿਉਂ ਕਿਹਾ ਚਿਤਾ ਦੇ ਸਮਾਨ? ਕਹਿੰਦੇ ਜਿਵੇਂ ਇੱਕ ਮ੍ਰਿਤਕ ਸਰੀਰ ਚਿਤਾ ਤੇ ਪਿਆ, ਲੱਕੜਾਂ ਤੇ ਪਿਆ ਸੜਦਾ ਹੈ,
ਇਸ ਤਰ੍ਹਾਂ ਮਨੁੱਖ ਚਿੰਤਾ ਦੇ ਨਾਲ ਅੰਦਰੋਂ ਅੰਦਰੀ ਸੜਦਾ ਜਾਂਦਾ, ਅੰਦਰੋਂ ਘੁਣ ਵਾਂਗ ਚਿੰਤਾ ਖਾਈ ਜਾਂਦੀ ਬੰਦੇ। ਪਰ ਉਹ ਕਦੋਂ ਹੈ ਜਿੱਥੇ ਉਹਨੂੰ ਲੱਗਦਾ ਹੈ ਕਿ ਜੇ ਮੈਂ ਕੁਝ ਕਰਦਾ ਤਾਂ ਹੁੰਦਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਨਸਾਨ ਸਰੀਰ ਜਿਹੜਾ ਹਿਲਾਉਂਦਾ ਜਲਾਉਂਦਾ ਹੈ ਪਰਮੇਸ਼ਰ ਨੇ, ਕਿਉਂਕਿ ਉਦਮ ਦੀ ਦਾਤ ਦਿੱਤੀ ਹੈ। ਚਿੰਤਾ ਤੋਂ ਰਹਿਤ ਹੋਣਾ ਤੇ ਦਲਿਦਰੀ ਹੋਣਾ, ਦੋਨਾਂ ਵਿੱਚ ਆਲਸੀ ਹੋਣਾ ਤੇ ਚਿੰਤਾ ਤੋਂ ਰਹਿਤ ਹੋਣਾ, ਦੋਨਾਂ ਵਿੱਚ ਬੜਾ ਵੱਡਾ ਫਰਕ ਹੈ। ਰੋਜ਼ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ, ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਓ ਪਰਿਆ। ਆਹਰ ਦਾ ਅਰਥ ਇੱਥੇ ਹੈ ਇੰਤਜ਼ਾਮ, ਤੇਰੇ ਆਹਰ ਦੇ, ਤੇਰੇ ਰੋਜੀ ਰੋਟੀ ਦੇ ਆਹਰ ਵਿੱਚੋਂ ਪਰਮੇਸ਼ਰ ਆਪ ਲੱਗਾ ਹੋਇਆ ਜਿਹਨੇ ਤੈਨੂੰ ਪੈਦਾ ਕੀਤਾ ਹੈ। ਜੀ ਮੈਂ ਫਿਰ ਕੁਝ ਨਾ ਕਰ, ਮਹਾਰਾਜ ਕਹਿੰਦੇ ਤੂੰ ਕਰਮ ਕਰ, ਉਦਮ ਕਰ, ਮਿਹਨਤ ਕਰ, ਪੁਰਸ਼ਾਰਥ ਕਰ, ਐਫਰਟ ਕਰ, ਲੇਕਿਨ ਜੇ ਨਹੀਂ ਕਰਨਾ ਤੇ ਚਿੰਤਾ ਨਾ ਕਰ। ਤੁਸੀਂ ਧਿਆਨ ਕਰਨਾ, ਬਹੁਤ ਥਾਵਾਂ ਦੇ ਉੱਤੇ, ਵੈਸੇ ਤਾਂ ਤੁਸੀਂ ਸ਼ਹਿਰ ਵਿੱਚ ਵੀ ਵੇਖੋਗੇ ਬਹੁਤਾਤ ਥਾਵਾਂ ਤੇ ਲੋਕ ਪੰਛੀ ਪਰਿੰਦਿਆਂ ਨੂੰ ਦਾਣਾ ਪਾਉਂਦੇ। ਬਹੁਤ ਥਾਵਾਂ ਇਹੋ ਜਿਹੀਆਂ ਬਣੀਆਂ, ਕਬੂਤਰ ਹੈ ਉੱਥੇ ਆ ਕੇ ਉਹ ਦਾਣੇ ਖਾਂਦੇ ਨੇ, ਪਾਈ ਜਾਂਦੇ, ਲੋਕ ਸੁੱਟੀ ਜਾਂਦੇ ਆ। ਪਰ ਤੁਸੀਂ ਉਹਨਾਂ ਪੰਛੀ ਪਰਿੰਦਿਆਂ ਦਾ ਇੱਕ ਧਿਆਨ ਕਰਿਓ, ਉੱਥੇ ਜਿੰਨੇ ਮਰਜ਼ੀ ਦਾਣੇ ਖਿਲਰੇ ਹੋਣ, ਜਿੰਨੀ ਉਹਨਾਂ ਦੀ ਭੁੱਖ ਆ ਨਾ, 2 4 10 15 ਦਾਣੇ ਜਦੋਂ ਉਹਨਾਂ ਚੁਗ ਲੈ ਤੇ ਪੋਟ ਉਹਨਾਂ ਦੀ ਭਰ ਗਈ, ਪਰਤ ਕਿਉਂ ਇਹ ਨਹੀਂ ਆਂਦੇ ਵੀ ਹੁਣ 5 7 ਦਾਣੇ ਨਾਲ ਬੰਨ ਲਈਏ, ਨਾਲ ਲੈ ਚੱਲਦੇ ਆ, ਉੱਥੇ ਪਏ ਰਹਿਣਗੇ। ਔਰ ਉਹ ਆਪਣਾ ਉਹਨਾਂ ਆਖਿਆ ਸਾਡਾ ਪੇਟ ਭਰ ਗਿਆ, ਉਡਾਰੀ ਮਾਰੋ ਚੱਲੋ। ਤੇ ਜੇ ਕੋਈ ਉਹਨੂੰ ਪੁੱਛੇ ਵੀ ਭਾਈ ਕੱਲ ਬਾਰੇ ਸੋਚ ਲਾ, ਕੱਲ ਕੀ ਪਤਾ ਹੈ ਪਾਉਣ ਵਾਲਾ ਆਵੇ ਕਿ ਨਾ ਆਵੇ, ਤੇ ਅੱਗੋਂ ਉੱਤਰ ਪਤਾ ਉਹਨਾਂ ਦਾ ਕੀ ਹੋਏਗਾ। ਉਹ ਕਹਿੰਦੇ ਸਾਨੂੰ ਉਸ ਮਾਲਕ ਤੇ ਭਰੋਸਾ ਹੈ ਜਿਹਨੇ ਅੱਜ ਦਿੱਤਾ ਹੈ, ਕੱਲ ਇਹਦੇ ਨਾਲੋਂ ਵੀ ਬਿਹਤਰ ਹੋਏਗਾ। ਇਹ ਪ੍ਰਤੀਤ ਜਿਹੜੀ ਹੈ ਨਾ, ਗੁਰਬਾਣੀ ਚ ਇੱਕ ਬਚਨ ਪੜੋ, ਪਰੰਦੇ ਨਾ ਗਿਰਾਹਾ ਜ਼ਰ ਦਰਖਤ ਅਬ ਆਸ ਕਰ, ਦਰਖਤ ਅਬ ਆਸ ਕਰ, ਦੇਹੰਦ ਸੂਈ, ਦੇਣ ਵਾਲਾ ਉਹੀ ਹੈ, ਏਕ ਤੁਈ, ਏਕ ਤੁਈ, ਇੱਕ ਹੀ ਹੈ ਦੇਣ ਵਾਲਾ, ਉਹਦੇ ਤੋਂ ਵੱਡਾ। ਮਹਾਰਾਜ ਨੇ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ ਬੜੀ ਵੱਡੀ ਦਾਤ ਬਖਸ਼ਿਸ਼ ਕੀਤੀ। ਜਦੋਂ ਪਹਿਲੇ ਪੰਗਤ ਪਾਛੇ ਸੰਗਤ ਦੀ ਦਾਤ ਦਿੱਤੀ ਤੇ ਆਖਿਆ ਕੋਈ ਵੀ ਸਰੀਰ ਆਵੇ, ਉਹ ਪਹਿਲੇ ਪੰਗਤ ਵਿੱਚ ਬੈਠੇ ਪ੍ਰਸ਼ਾਦਾ ਛਕੇ, ਉਸ ਤੋਂ ਬਾਅਦ ਗੁਰੂ ਕੀ ਸੰਗਤ ਵਿੱਚ ਆਵੇ, ਫਿਰ ਸ਼ਬਦ ਦਾ ਲੰਗਰ ਛਕੇ। ਆਤਮ ਦੀ ਦੋਨੋਂ ਹੀ ਜ਼ਰੂਰੀ ਹੈ। ਇਹ ਵੱਖਰੀ ਗੱਲ ਹੈ ਵੀ ਅਸੀਂ ਸਰੀਰਕ ਭੋਜਨ ਤੇ ਜ਼ਿਆਦਾ ਜ਼ੋਰ ਦੇ ਦਿੱਤਾ ਤੇ ਆਤਮਿਕ ਪੱਖ ਤੋਂ ਜੀਵਨ ਕੰਗਾਲ ਹੋ ਗਿਆ। ਉਧਰਲੇ ਪਾਸੇ ਸੰਗਤ ਕਰਨ ਦੀ ਜਿਹੜੀ ਵਿਚਾਰ ਹੈ, ਉਹ ਖਿਆਲਾਤ ਕਿਤੇ ਨਾ ਕਿਤੇ ਸਮਾਪਤ ਹੁੰਦੇ ਜਾਂਦੇ, ਜਦ ਕਿ ਬਹੁਤ ਜ਼ਰੂਰੀ ਹੈ ਦੋਨੋਂ ਹੀ। ਆਤਮ ਦਾ ਬਲਵਾਨ ਹੋਣਾ, ਆਤਮਿਕ ਭੋਜਨ ਜਿਹੜਾ ਉਹ ਗੁਰੂ ਦੇ ਸ਼ਬਦ ਦਾ ਹੈ। ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ ਦੋਨੋਂ ਦਾਤਾਂ ਵਰਤਾਈਆਂ। ਧੰਨ ਮਾਤਾ ਖੀਵੀ ਜੀ ਸਰੀਰਕ ਭੋਜਨ ਦਾ ਇੰਤਜ਼ਾਮ ਕਰਦੇ, ਅੱਜ ਵੀ ਮਾਤਾ ਖੀਵੀ ਜੀ ਹੁਣਾਂ ਦੇ ਨਾਂ ਤੇ ਲੰਗਰ ਚੱਲਦਾ ਹੈ, ਵੱਖ-ਵੱਖ ਨਗਰ ਸੇਵਾਵਾਂ ਕਰਦੇ ਉਸੇ ਮਰਿਆਦਾ ਨੂੰ ਪਾਲਦਿਆਂ ਹੋਇਆਂ। ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸ਼ਬਦ ਦਾ ਲੰਗਰ ਵਰਤਾਉਂਦੇ, ਔਰ ਉਸ ਸ਼ਬਦ ਦੇ ਵਰਤਾਰੇ ਦੇ ਨਾਲ ਜਿੱਥੇ ਆਤਮਿਕ ਤੌਰ ਤੇ ਤਰੱਕੀ ਹੁੰਦੀ ਹੈ, ਬਲਵੰਤਾ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਭਾਈ ਜਦੋਂ ਸਾਰੇ ਭੋਜਨ ਪ੍ਰਸ਼ਾਦਾ ਛਕ ਲੈਣ, ਉਹਦੇ ਤੋਂ ਬਾਅਦ ਕੋਈ ਵੀ ਜਿਹੜਾ ਹੈ ਉਹ ਵਧਿਆ ਹੋਇਆ ਭੋਜਨ ਨਾ ਰੱਖਿਆ ਜਾਏ, ਬਰਤਨ ਬਿਲਕੁਲ ਸਾਫ਼ ਕਰਕੇ ਰੱਖੇ ਜਾਣ। ਤੇ ਵੇਖੋ ਗੁਰੂ ਦੇ ਦਰ ਤੇ ਵੀ ਸਰੀਰ ਸਾਰੇ ਬੈਠੇ ਹੁੰਦੇ ਆ। ਹਰੇਕ ਮਨੁੱਖ ਦੀ ਭਾਵਨਾ, ਸ਼ਰਧਾ, ਪ੍ਰਤੀਤ, ਭਰੋਸੇ ਦਾ ਮਿਆਰ ਇੱਕੋ ਜਿਹਾ ਨਹੀਂ ਹੁੰਦਾ। ਜੈਸੇ ਕਲਾਸ ਇੱਕੋ ਹੁੰਦੀ ਹੈ ਨਾ, ਉਹਦੇ ਚ ਕੁਝ ਬੱਚੇ ਜਿਹੜੇ ਨੇ ਉਹ ਬਹੁਤ ਹੁਸ਼ਿਆਰ ਹੁੰਦੇ ਆ, ਕੁਝ ਥੋੜੇ ਮੱਧਮ ਜੇ ਹੁੰਦੇ, ਵਿੱਚ ਵਿਚਾਲੇ ਜੇ, ਤੇ ਕੋਈ ਸਭ ਨਾਲੋਂ ਪਿੱਛੇ ਨਲਾਇਕੀ ਵਾਲਾ ਵੀ ਕੰਮ ਹੁੰਦਾ। ਮਾਲਕ ਦੇ ਦਰ ਤੇ ਵੀ ਜਿਹੜੀ ਪ੍ਰਤੀਤ ਹੈ ਉਹ 100% ਹੋਣੀ। ਉਹ ਕੁਝ ਜੀਵਨ ਐਸੇ, ਉਹਨਾਂ ਆਖਿਆ ਮਹਾਰਾਜ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ ਤੇ ਕੱਲ ਜੇ ਭਲਾ ਰਸਤ ਪਸਤ ਨਾ ਆਈ
ਤੇ ਸਤਿਗੁਰਾਂ ਨੇ ਉੱਥੇ ਵੀ ਆਖਿਆ, ਕਹਿੰਦੇ ਭਾਈ ਆ ਦਰਖਤ ਹੈ ਸਾਹਮਣੇ, ਮਾੜਾ ਜਿਹਾ ਉੱਤੇ ਚੜ੍ਹ ਕੇ ਵੇਖ, ਆ ਜਿਹੜੇ ਪਰਿੰਦਿਆਂ ਦੇ ਆਲਣੇ ਨੇ ਇਹਨਾਂ ਵਿੱਚ ਵੇਖ ਭਲਾ ਕਿੰਨੇ ਕੁ ਚਿਰ ਦਾ ਇਹਨਾਂ ਨੇ ਅੰਨ ਅਨਾਜ ਇਕੱਠਾ ਕਰਕੇ ਰੱਖਿਆ, ਕਿੰਨੇ ਕੁ ਦਿਨਾਂ ਦਾ ਰੱਖੀ ਬੈਠੇ। ਉਹ ਕਹਿੰਦਾ ਜੀ ਇੱਥੇ ਤਾਂ ਇੱਕ ਵੀ ਦਾਣਾ ਕੋਈ ਨਹੀਂ। ਤੇ ਮਹਾਰਾਜ ਕਹਿੰਦੇ ਵੀ ਜੇ ਇਹਨਾਂ ਪੰਛੀਆਂ ਨੂੰ, ਇਹਨਾਂ ਪਰਿੰਦਿਆਂ ਨੂੰ ਉਸ ਮਾਲਕ ਤੇ ਭਰੋਸਾ ਹੈ, ਇਹ ਪਰਿੰਦਾ ਜਾਤ ਹੈ, ਜੇ ਇਹਨਾਂ ਨੂੰ ਭਰੋਸਾ ਹੈ ਵੀ ਜਿਹਨੇ ਅੱਜ ਦਿੱਤਾ ਉਹ ਕੱਲ ਵੀ ਦੇਵੇਗਾ, ਅਸੀਂ ਤਾਂ ਫਿਰ ਮਨੁੱਖ ਹਾਂ, ਇਨਸਾਨ ਹਾਂ। ਮਹਾਰਾਜ ਕਹਿੰਦੇ ਜਦੋਂ ਤੂੰ ਇਹ ਭਰੋਸਾ ਕਰ ਲਏਗਾ, ਕਾਹੇ ਰੇ ਮਨ ਚਿੱਤ ਮਹਿ ਉਦਮ ਜਾਂ ਆਹਰ, ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਹ ਦਾਤ ਇੱਕ ਸ਼ਬਦ ਹੈ ਆਸਾ ਰਾਗ ਵਿੱਚ ਭਗਤ ਧੰਨਾ ਜੀ ਹੋਣਾ ਦਾ। ਉਹ ਸ਼ੁਰੂਆਤ ਕਰਦੇ ਆ, ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ, ਬਿਬਹਿ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ। ਐ ਮੇਰੇ ਚਿੱਤ, ਉਸ ਮਾਲਕ ਨੂੰ ਚਿੱਤ, ਉਹਦਾ ਚਿੰਤਨ ਕਰ, ਉਹਨੂੰ ਚੇਤੇ ਕਰ, ਉਸ ਮਾਲਕ ਨੂੰ ਚੇਤੇ ਕਰ, ਔਰ ਇੰਨਾ ਚੇਤਾ ਰੱਖੀ ਉਹ ਦਇਆਲ ਹੈ, ਸਭ ਦਾ ਪਾਲਣਹਾਰਾ ਹੈ, ਔਰ ਕਿਸੇ ਦੂਸਰੇ ਨੂੰ ਨਾ ਜਾਣੀ ਉਹਦੀ ਥਾਂ ਤੇ, ਵੀ ਕੋਈ ਰਿਜ਼ਕ ਦੇਣ ਵਾਲਾ ਹੋਰ ਹੈ। ਔਰ ਇਹ ਵੀ ਨਾਲ ਆਖਿਆ, ਕਹਿੰਦੇ ਖੰਡ ਬ੍ਰਹਿਮੰਡ ਜਿੱਥੋਂ ਤੱਕ ਮਰਜ਼ੀ ਦੌੜ ਲਾ, ਲੇਕਿਨ ਹੋਣਾ ਆਖਰ ਨੂੰ ਉਹ ਹੈ ਜਿਹੜਾ ਉਸ ਮਾਲਕ ਨੂੰ ਮਨਜ਼ੂਰ ਹੈ, ਉਹਦੇ ਤੋਂ ਬਿਨਾਂ ਦੂਜਾ ਨਹੀਂ। ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੈ ਸੋ ਹੋਈ। ਅੱਗੇ ਕੁਝ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਰਿਜ਼ਕ ਦੇ ਉੱਤੇ। ਜਨਨੀ ਕੇਰੇ ਉਦਰ ਉਦਕ ਮਹਿ, ਪਿੰਡ ਕੀਆ 10 ਦੁਆਰਾ। ਮਾਤਾ ਦੇ ਉਦਰ ਵਿੱਚ ਬੱਚੇ ਦਾ ਜੋ ਸਰੀਰਕ ਢਾਂਚਾ ਬਣਿਆ, ਉਹਦੀ ਆਮਦ ਹੋਈ, ਉੱਥੇ ਉਸ ਮਾਲਕ ਨੇ 9-10 ਮਹੀਨੇ ਉਹਨੂੰ ਪਾਲਿਆ। ਔਰ ਇਹ ਪਰਮੇਸ਼ਰ ਦੀ ਖੇਡ ਹੈ ਬਈ ਉਹ ਜਿਸ ਰਸਤੇ ਰਾਹੀਂ ਭੋਜਨ ਲੈਂਦਾ ਰਿਹਾ, ਉਹਨੂੰ ਜਨਮ ਮਿਲਣਾ ਹੈ, ਨਾਲ ਦੀ ਨਾਲ ਉਹ ਰਸਤਾ ਬੰਦ ਹੋ ਜਾਂਦਾ ਹੈ ਤੇ ਫਿਰ ਮੁੱਖ ਖੁੱਲ ਜਾਂਦਾ, ਉਹਦੇ ਰਾਹੀਂ ਭੋਜਨ ਲੈਂਦਾ। ਮਾਤਾ ਦੇ ਉਦਰ ਵਿੱਚ ਤਾਂ ਉਹਨੇ ਮੂੰਹ ਨਾਲ ਕੁਝ ਨਹੀਂ ਖਾਦਾ, ਉੱਥੇ ਤਾਂ ਇੱਕ ਨਾੜੂਆ ਸੀ, ਉਸ ਨਾੜੂਏ ਦੇ ਰਾਹੀਂ ਉਹਨੂੰ ਭੋਜਨ ਮਿਲਦਾ ਰਿਹਾ। ਕਹਿੰਦੇ ਜਨਨੀ ਕੇਰੇ ਉਦਰ ਉਦਕ ਮੈਂ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ। ਕਹਿੰਦੇ ਇਹੋ ਜਿਹਾ ਰੱਬ ਹੈ ਮੇਰਾ ਜਿਹੜਾ ਇਸ ਤਰ੍ਹਾਂ ਪਾਲਦਾ ਹੈ, ਇਸ ਤਰੀਕੇ ਨਾਲ ਪ੍ਰਤਪਾਲਣਾ ਕਰਦਾ ਹੈ। ਫਿਰ ਉਹਨਾਂ ਨੇ ਦੂਸਰੀ ਉਦਾਹਰਨ ਦਿੱਤੀ, ਕੁੰਮੀ ਜਲ ਮਾਹੇ ਤਨ ਤਿਸ ਬਾਹਰ। ਕੁੰਮੀ, ਕੱਛੂ ਕੁੰਮੀ ਜਿਹੜੀ ਹੈ, ਉਹ ਜਦੋਂ ਬੱਚਿਆਂ ਨੂੰ ਜਨਮ ਦਿੰਦੀ ਹੈ, ਉਹ ਅੰਡਜ ਜੂਨੀ ਹੈ, ਪਹਿਲਾਂ ਆਂਡੇ ਦਿੰਦੀ, ਆਂਡਿਆਂ ਤੋਂ ਬਾਅਦ ਉਹਦੇ ਚੋਂ ਬੱਚੇ ਪੈਦਾ ਹੁੰਦੇ ਨੇ, ਪਰ ਉਹ ਪਾਣੀ ਵਿੱਚ ਨਹੀਂ ਹੁੰਦੇ। ਉਹਨੂੰ ਇੰਨੀ ਕੁ ਸੈਂਸ ਪਰਮੇਸ਼ਰ ਅਕਾਲ ਪੁਰਖ ਨੇ ਦਿੱਤੀ, ਉਹ ਕੰਢੇ ਤੇ ਰੇਤ ਦੇ ਵਿੱਚ ਜਾ ਕੇ ਆਪਣੇ ਪੰਜਿਆਂ ਨਾਲ ਛੋਟਾ ਜਿਹਾ ਕੁੱਟੋਇਆ ਕੱਢ ਕੇ ਉਹਦੇ ਵਿੱਚ ਆਂਡੇ ਦੇ ਕੇ ਉੱਪਰੋਂ ਫਿਰ ਉਹਨੂੰ ਦੱਬਦੀ ਕਿ ਉਹਦੀ ਗਰਮੈਸ਼ ਦੇ ਨਾਲ ਨਿਕਲਣਗੇ। ਹੁਣ ਜਦੋਂ ਉੱਥੇ ਬੱਚੇ ਨੇ, ਉਹ ਆਂਡਿਆਂ ਚੋਂ ਬੱਚੇ ਬਣ ਰਹੇ ਨੇ, ਉਹ ਆ ਕੇ ਸਾਗਰ ਵਿੱਚ ਜਾਂ ਜੋ ਦਰਿਆ ਨੇੜੇ ਹੈ, ਆਪਣੇ ਮੁਖ ਵਿੱਚ ਪਾਣੀ ਭਰਦੀ ਹੈ ਤੇ ਉਧਰ ਨੂੰ ਮੁਖ ਕਰਕੇ ਚੁਲੀ ਸੁੱਟਦੀ ਹੈ। ਉਹਦਾ ਸੁੱਟਿਆ ਪਾਣੀ ਫੁੱਟ ਤੋਂ ਵੀ ਅੱਗੇ ਨਹੀਂ ਜਾਂਦਾ, ਲੇਕਿਨ ਕਹਿੰਦੇ ਉਹ ਚੇਤੇ ਜਦੋਂ ਕਰਦੀ ਆ ਨਾ, ਤਾਂ ਉਹਦਾ ਤਰਵਾਸ ਆਂਡੇ ਵਿੱਚ ਪਲ ਰਹੇ ਬੱਚੇ ਨੂੰ ਪ੍ਰਾਪਤ ਹੁੰਦਾ। ਤੇ ਇੱਕ ਦਿਨ ਉਹ ਆਉਂਦਾ ਜਿੱਦਣ ਉਹਦੇ ਵਿੱਚੋਂ ਬੱਚੇ ਨਿਕਲ ਕੇ ਆਪਣੇ ਆਪ ਮਾਂ ਵਾਲੇ ਪਾਸੇ ਨੂੰ ਦੌੜਨਾ ਸ਼ੁਰੂ ਕਰ ਦਿੰਦੇ। ਕਹਿੰਦੇ ਪਾਲਣਾ ਤਾਂ ਉਹਦੀ ਵੀ ਕੀਤੀ ਉਹਨਾਂ ਨੇ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਫਿਰ ਤੀਸਰੀ ਉਦਾਹਰਨ ਦਿੰਦੇ ਆ, ਪਾਖਣ ਕੀਟ ਗੁਪਤ ਹੋਏ ਰਹਿਤਾ। ਪੱਥਰ ਦੇ ਵਿੱਚ ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ। ਉਹਨੂੰ ਵੀ ਪੂਰ ਰਿਹਾ, ਉਹਦੀ ਵੀ ਪ੍ਰਤਪਾਲਨਾ ਕਰ ਰਿਹਾ। ਕਹਿ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੀ। ਕਿਉਂ ਚਿੰਤਾ ਕਰਦਾ? ਚਿੰਤਾ ਨਾ ਕਰ, ਕਿਉਂਕਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਦੋਂ ਇਹ ਭਰੋਸਾ ਆ ਜਾਂਦਾ ਹੈ, ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਚਿੰਤਾ ਚਲੀ ਜਾਂਦੀ ਏ, ਫਿਰ ਕੇਵਲ ਤੇ ਕੇਵਲ ਚਿੰਤਨ ਰਹਿ ਜਾਂਦਾ ਹੈ।
ਉਹ ਮਾਲਕ ਸਤਿਗੁਰ ਮੇਰਾ ਵੱਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹਉ ਪੀੜਾ। ਕਹਿੰਦੇ ਸਭ ਸਮਾਪਤ ਹੋ ਗਿਆ, ਉਸ ਮਾਲਕ ਨੇ ਕਿਰਪਾ ਕਰ ਦਿੱਤੀ। ਔਰ ਇੱਕ ਬਚਨ ਆਪਾਂ ਪੜ੍ਹਦੇ, ਚਿੰਤ ਅਚਿੰਤਾ ਸੋਚ ਅਸੋਚਾ, ਸੋਗ ਲੋਭ ਮੋਹ ਥਾਕਾ। ਕਹਿੰਦੇ ਸਭ ਚੀਜ਼ਾਂ ਹੁਣ ਸਮਾਪਤ ਹੋ ਗਈਆਂ। ਕਦੋਂ? ਜਦੋਂ ਉਸ ਮਾਲਕ ਦੀ ਸ਼ਰਨ ਲੈ ਲਈ। ਔਰ ਇਹਦੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਚਿੰਤਾ ਤੋਂ ਰਹਿਤ ਹੋਣਾ ਹੈ ਨਾ, ਤੇ ਉਸ ਮਾਲਕ ਦਾ ਪੁੱਤਰ ਬਣ, ਬੱਚਾ ਬਣ। ਔਰ ਉਹਨਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁਤ, ਸਭ ਹੀ ਤੇ ਅਦਕ ਪਿਆਰੋ ਸੁਤ ਗੋਦ ਕੋ। ਉਹਨਾਂ ਨੇ ਜਿਹੜੇ ਬਚਨ ਕਹੇ, ਕਹਿੰਦੇ ਇੱਕ ਛੋਟਾ ਬੱਚਾ, ਕਈ ਬੱਚੇ ਨੇ ਉਹਨਾਂ ਵਿੱਚੋਂ ਸਭ ਤੋਂ ਛੋਟਾ ਹੈ, ਉਹ ਮਾਂ ਨੂੰ ਪਿਆਰਾ ਕਿਉਂ ਆ? ਅਸਲ ਵਿੱਚ ਉਹ ਆਪਣੀ ਕਿਰਿਆ ਜੇ ਆਪ ਕਰਨ ਜੋਗਾ ਨਹੀਂ, ਨਾ ਉਹਨੂੰ ਖਾਣ ਦਾ ਪਤਾ, ਉਹਨੂੰ ਤਾਂ ਕੇਵਲ ਪਤਾ ਹੈ ਭੁੱਖ ਲੱਗੀ ਰੋਣਾ ਹੈ, ਕਿਤੇ ਹੋਰ ਜਿਹੜਾ ਹੈ ਮਲ ਮੂਤਰ ਹੈ ਤਾਂ ਰੋਣਾ ਹੈ, ਕਿਤੇ ਗਿੱਲਾ ਸੁੱਕਾ ਲੱਗਾ ਤਾਂ ਰੋਣਾ ਹੈ, ਪਿਆਸ ਲੱਗੀ ਤਾਂ ਇਹ ਤੋਂ ਅਗਾਂਹ ਉਹਨੂੰ ਕੁਛ ਨਹੀਂ ਆਉਂਦਾ। ਔਰ ਮਾਂ ਸੰਭਾਲਦੀ ਹੈ। ਕਹਿੰਦੇ ਤੂੰ ਵੀ ਉਸ ਮਾਲਕ ਦਾ ਬੱਚਾ ਬਣ, ਤੇ ਜਦੋਂ ਸਭ ਕੁਝ ਉਹਦੇ ਉੱਤੇ ਛੱਡੇਗਾ ਫਿਰ ਤੂੰ ਕੇਵਲ ਕਰਮ ਕਰੇਗਾ। ਇਹ ਚੀਜ਼ ਨੂੰ ਜ਼ਰੂਰ ਪਕੜਿਓ। ਚਿੰਤਾ ਤੋਂ ਰਹਿਤ ਹੋਣ ਵਿੱਚ ਤੇ ਦਲਿਦਰੀ ਆਲਸੀ ਹੋਣ ਵਿੱਚ ਬੜਾ ਵੱਡਾ ਫਰਕ ਹੈ। ਇਹ ਜ਼ਰੂਰ ਪਕੜ ਕੇ ਰੱਖਣਾ। ਉੱਥੇ ਉਹਦਾ ਪਿਆਰਾ ਉਦਮ ਕਰਦਾ ਹੈ, ਪੁਰਸ਼ਾਰਥ ਕਰਦਾ ਹੈ, ਲੇਕਿਨ ਇਹ ਨਹੀਂ ਕਹਿੰਦਾ ਹਾਏ ਮੇਰਾ ਕੀ ਬਣੇਗਾ, ਹਾਏ ਕੱਲ ਨੂੰ ਮੇਰੇ ਬੱਚਿਆਂ ਦਾ ਕੀ ਬਣੇਗਾ। ਬਾਬੇ ਕਬੀਰ ਨੂੰ ਜਿੱਦਣ ਆਖਿਆ ਨਾ ਮਾਤਾ ਨੇ, ਤੇ ਉਹਨਾਂ ਬੜਾ ਪਿਆਰਾ ਬਚਨ ਆਖਿਆ, ਕਹਿਣ ਲੱਗੇ ਮਾਤਾ ਮੈਨੂੰ ਇੱਕ ਭਰੋਸਾ ਹੈ, ਕਹਿਤ ਕਬੀਰ ਸੁਨੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਘੁਰਾਈ। ਕਹਿੰਦੇ ਜਿਸ ਮਾਲਕ ਨੇ ਮੈਨੂੰ ਪਾਲਿਆ ਨਾ, ਉਹ ਮੇਰੇ ਬੱਚਿਆਂ ਨੂੰ ਵੀ ਜ਼ਰੂਰ ਪਾਲੇਗਾ, ਮੈਨੂੰ ਇਹ ਬੜਾ ਵੱਡਾ ਭਰੋਸਾ ਉਹਦੇ ਤੇ। ਇਹ ਹੈ ਪ੍ਰਤੀਤ। ਕਹਿੰਦੇ ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਆਨੰਦ। ਹੁਣ ਜੀਵਨ ਆਨੰਦਮਈ ਹੋ ਗਿਆ, ਕੋਈ ਚਿੰਤਾ ਨਹੀਂ ਹੈ, ਬਸ ਉਸ ਮਾਲਕ ਦਾ ਚਿੰਤਨ ਹੈ। ਔਰ ਇਹ ਭਾਵਨਾ ਹੈ ਕਿ ਜੋ ਕਰੇਗਾ ਉਹੀ ਮੇਰੇ ਵਾਸਤੇ ਭਲਾ ਹੈ, ਇਹਦੇ ਤੋਂ ਰਹਿਤ ਹੋ ਗਿਆ। ਕਹਿੰਦੇ ਗੁਰ ਪ੍ਰਸਾਦੀ ਬੁੱਝੀ ਹੈ ਸਾ ਧਨ ਸੁੱਤੀ ਨਿਚਿੰਦ। ਉਹ ਜੀਵ ਆਤਮਾ ਜਦੋਂ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਸਦਕਾ ਇਹ ਚੀਜ਼ ਦੀ ਸੋਝੀ ਆਉਂਦੀ ਹੈ, ਕਿਉਂਕਿ ਸਮਝ ਤਾਂ ਗੁਰੂ ਕੋਲੇ ਬੈਠ ਕੇ ਆਉਣੀ ਹੈ। ਜਿਹਨੂੰ ਮਾਲਕ ਨੇ ਸੋਝੀ ਦੇ ਦਿੱਤੀ, ਇਹ ਸਮਝ ਦੇ ਦਿੱਤੀ, ਉਹਨੇ ਸਭ ਚਿੰਤਾਵਾਂ ਛੱਡ ਕੇ ਕੇਵਲ ਉਸ ਮਾਲਕ ਦਾ ਲੜ ਪਕੜਿਆ, ਉਸ ਦਾਤੇ ਦੀ ਯਾਦ ਵਿੱਚ ਜੁੜਿਆ, ਤਾਂ ਕਹਿੰਦੇ ਉਹ ਚਿੰਤ ਤੋਂ ਰਹਿਤ ਨਿਚਿੰਦ ਹੋ ਗਿਆ। ਹੁਣ ਉਹਦੇ ਜੀਵਨ ਦੇ ਵਿੱਚ ਕੋਈ ਚਿੰਤਾ ਨਹੀਂ ਹੈ, ਕੋਈ ਝੋਰਾ ਨਹੀਂ ਹੈ, ਕੋਈ ਸੈਂਸਾ ਨਹੀਂ ਹੈ, ਸਭ ਮਿਟ ਗਏ। ਉਹ ਡਰ, ਉਹ ਸਹਿਮ ਜਿਹੜੇ ਨੇ, ਚਾਹੇ ਉਹ ਜੀਵਨ ਨੂੰ ਲੈ ਕੇ ਸੀ, ਚਾਹੇ ਰੋਜੀ ਨੂੰ ਲੈ ਕੇ ਸੀ, ਜਾਂ ਕਿਸੇ ਹੋਰ ਕਾਰਜ ਨੂੰ ਲੈ ਕੇ ਸੀ, ਉਹਨੇ ਉਸ ਮਾਲਕ ਤੇ ਇੱਕੋ ਹੀ ਭਾਵਨਾ ਰੱਖੀ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੈ ਚੁੱਕੈ ਬਾਰਿਕ ਤੂੰ ਹਰ ਪਿਤਾ ਮਾਇਆ। ਮਹਾਰਾਜ ਤੇਰੇ ਹੱਥ ਹੈ ਸਭ ਕੁਝ। ਔਰ ਜਦੋਂ ਇਹ ਸਮਝ ਆ ਗਈ, ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਨੂੰ ਤੁਰਨ ਲੱਗੇ ਨਾ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ, ਤੇ ਬਾਬੇ ਮਰਦਾਨੇ ਨੇ ਨਾਲ ਤੁਰਨਾ ਸੀ, ਉਹਨਾਂ ਨੂੰ ਨਾਲ ਲੈ ਕੇ ਜਾਣਾ। ਉਹ ਪੁੱਛਿਆ ਉਹਨਾਂ ਨੇ ਕਰਾਂ, ਕਹਿੰਦਾ ਬਾਬਾ ਕਿੱਥੇ ਜਾਣਾ ਹੈ? ਤੇ ਗੁਰੂ ਨਾਨਕ ਸਾਹਿਬ ਜੀ ਪਤਾ ਕੀ ਕਹਿੰਦੇ? ਕਹਿੰਦੇ ਜਿੱਥੇ ਕਰਤਾਰ ਲੈ ਜਾਏਗਾ। ਬਾਬਾ ਕਿੱਥੇ ਜਾਣਾ ਹੈ? ਜਿੱਥੇ ਕਰਤਾਰ ਲੈ ਜਾਏਗਾ। ਖਾਵਾਂਗੇ ਕੀ? ਗੁਜ਼ਾਰਾ ਕਿਵੇਂ ਹੋਏਗਾ? ਰਾਹ ਰਸਤੇ ਦਾ ਖਰਚ। ਤੇ ਸ਼ਬਦ ਵਰਤਿਆ, ਕਹਿੰਦੇ ਜਿਵੇਂ ਕਰਤਾਰ ਕਰਾਏਗਾ, ਜੋ ਦਵੇਗਾ। ਮੁੜਾਂਗੇ ਕਦੋਂ, ਪਰਤਾਂਗੇ ਕਦੋਂ? ਜਦੋਂ ਕਰਤਾਰ ਲੈ ਆਏਗਾ। ਤੇ ਬਾਬਾ ਮਰਦਾਨਾ ਥੋੜਾ ਜਿਹਾ ਖਿੱਚ ਕੇ ਪਤਾ ਕੀ ਕਹਿੰਦੇ? ਕਹਿੰਦੇ ਬਾਬਾ ਸਭ ਕੁਝ ਕਰਤਾਰ ਹੀ ਕਰਦਾ ਹੈ ਕਿ ਤੂੰ ਵੀ ਕੁਝ ਕਰਦਾ ਹੈ? ਤੇ ਗੁਰੂ ਨਾਨਕ ਸਾਹਿਬ ਜੀ ਹੱਸ ਪਏ। ਮਹਾਰਾਜ ਹੱਸ ਕੇ ਕਹਿੰਦੇ ਭਾਈ ਜੀ ਸੱਚ ਆਖਿਆ ਜੇ, ਸਭ ਕੁਝ ਕਰਤਾਰ ਹੀ ਕਰਦਾ, ਮੈਂ ਤਾਂ ਕੁਝ ਵੀ ਨਹੀਂ ਕਰਦਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਉਹ ਬੜਾ ਆਨੰਦ ਵਾਲਾ ਜੀਵਨ,
पर गुरु दे कोल बैठ के ये समझ आई, ये सोझी आई, सा धन सुती नचिंद, कहंदे जिन को पूर्व लिखिया तिना भेटिया गुर गोविंद। जिन्हां दे जीवन विच पूर्वे दात उस मालिक ने किरपा कीती, पूर्वला भाग जागिया, उन्हां ने गुरु गोविंद नूं भेटना भाव के मिलाप उस मालिक नूं जपना कीता। नानक सहजे मिल रहे हर पाया परमानंद। कहंदे हुण सहज अडोलता टिका दे विच उस मालिक दे नाल ओ मिलाप दी दात ओ अवस्था प्राप्त होई ते उस परम आनंद नूं प्राप्त होए। अगे 26 नंबर श्लोक जिहड़ा कहंदे आ, सतगुर सेवण अपना गुर शब्दी विचार। वो अपने सतगुरु नूं सिमरदे, सेवी सतगुर अपना, उस मालिक नूं, उस दाते नूं, उस साहिब नूं सिमरदे गुरु दे शब्द दे राही। गुरु शब्द दी विचार उन्हां दे जीवन दा हिस्सा। विचार करन दा मतलब केवल इन्ना नहीं हुंदा भी जैसे मैं कहां ये पंक्ति है दे अर्थ है ने, विचार दा मतलब केवल इन्ना नहीं जी हुंदा भी एक पासे असीं बचन पढ़ लिया, परत के उहदे अर्थ पढ़ लिया, टीका है, दर्पण है, कोई साडे कोले अर्थ वाला, कोई इस तरह की ट्रांसलेशन वाला कोई भी चीज है। अर्थ दा जिहड़ा विचार दा भाव यही है कि गुरु साहब जी की कहिंदे आ ते मैं की करदा। एनालिसिस करना, सैल्फ एनालिसिस, किसी दूसरे दी नहीं कहानी, अपने आप नूं पड़चोलना है। कवि संतोख सिंह हुणां ने बचन लिखे आ, वो कहंदे आ कि महाराज सच्चे पातशाह ने आख्या, जिम निस दिन घर के काज सवारे, त्यागो कबू न लागे प्यारे, तथा प्यार धरो गुरबानी, पढ़न सुनन की रुच मन ठानी। ते विचार की करनी, गुर क्या कहे करें हम कहां। गुरु साहब जी की कहंदे आ ते असीं की करदे आ, विचार करनी है। महाराज मैनू की कह रहा, मैं कित्थे खलोता है। ते कहंदे जी फिर इक्केदम हो जाएगा। महाराज कहंदे नहीं, सने सने मन मोरो महा। ये अमोड़ मन जिहड़ा है, इनू फिर हौली हौली जिवें बच्चे नूं वरचाईदा ना, इस तरह इनू गुरु वाले पासे नूं मोड़ना कर, तोड़ना कर। कहंदे गुरु दे शब्द दी विचार, मैं कित्थे खलोता हां, मालक मैनू की कहंदे, कित्थे लैके जाना चाहुंदे, साहब की कहंदे, तेरा जीवन किवें दा होना चाहिदा। साहब कहंदे सतगुर सेवण अपना गुर शब्दी विचार, सतगुर का भाणा मन लैण हर नाम रखें उरतार। उन्हां दा जीवन गुरु दे भाणे विच आ जांदा है। गुर की टहल, गुरु की सेवा, गुर की आग्या भाणी। कहंदे हुण गुरु दी आग्या जिहड़ी है वो भाउंदी है, मिठी लगदी है। ते महाराज कहंदे सोई सियाणा सो पतवंता, हुक्म लगे जिस मीठा जी। वही असल विच सियाणा है जिहड़ा उहदे भाणे विच आ गया। पर महाराज कहंदे भाणे विच को विरला आया, ये भी नाल है भी जो मालिक करे उहनूं सत करके मान लिया जाए। सुखमणी साहब विच पढ़दे ना आपां, साहब सच्चे पातशाह महाराज धन गुरु अर्जन देव जी किरपा करदे उत्थे। साहब कहंदे भी तू एक कारज कर जीवन दे विच, जो करदा है ना उहनूं सत करके मन, उहदे भाणे विच, उहदे हुक्म दे विच आ जाए जीवन। उहदे वास्ते अपने मन दी मत, अपनी अकल दी कहानी छड्डेगा तां जाके बात बनेगी। महाराज कहंदे फिर वो जो वरताए साई जुगत, नानक ओ पुरख कहीए जीवन मुक्त। वो जीवन मुक्त हो जाता जिहड़ा उहदे भाणे विच आ जाता। महाराज कहंदे ओहदी भावना है कि आपे हर एक रंग है आपे बहुरंगी, जो तिस भावे नानका साई गल चंगी। महाराज कहंदे ओ सतगुर का भाणा मन लैण हर नाम रखें उरतार। उस परमेश्वर दे नाम नूं हिरदे विच धारण कीता। फिर नाल कहंदे ऐथै उथै मन्नियन हर नाम लगे वापार। वो हर थां ते मन्ने जांदे, सत्कारे जांदे। वो कादे वपार विच लगे? नाम दे वपार दे विच। एक सानू रोजी रोटी करके असीं कोई जिवें बेनती कीती, कोई जिमीदार हो सकता है, कोई दुकानदार हो सकता है, कोई बिजनेसमैन हो सकता है, कोई जॉब करने वाला हो सकता है, लेकिन एक रूप दे विच असीं सारे दे सारे संसार दी मंडी विच असीं सारे दे सारे वपार करन वास्ते आए।
ਔਰ ਮਾਲਕ ਨੇ ਪੂੰਜੀ ਦੇ ਕੇ ਭੇਜਿਆ, ਸਵਾਸਾਂ ਦੀ ਪੂੰਜੀ ਦਿੱਤੀ, ਇਹਨੂੰ ਖਰਚ ਕਰੀ ਤੇ ਇਹਦੇ ਲਈ ਇਹਦੇ ਨਾਲ ਵਿਹਾਜਣਾ ਕੀ ਹੈ? ਉਸ ਪਰਮੇਸ਼ਰ ਦੀ ਯਾਦ, ਉਹਦਾ ਨਾਮ। ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਜਿਹਨੂੰ ਮਹਾਰਾਜ ਸੁਖਮਨੀ ਸਾਹਿਬ ਚ ਕਹਿੰਦੇ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਔਰ ਜਿਨ੍ਹਾਂ ਨੇ ਕੀਤਾ ਕਿਨਹੀ ਬਣ ਜਿਆ ਕਾਂਸੀ ਤਾਂਬਾ, किन्हीं लौंग सुपारी। बाबा कबीर जी। संतो बन जिया नाम गोबिंद का, ऐसी खेप हमारी, हर के नाम के व्यापारी। ये जीवन बाबा रविदास जी होना दा एक बचन आप पढ़ते, कहते हैं कि मैं देखदा है इस रस्ते दे विच, घट अव घट डूंगर कणा एक निर्गुण बैल हमार, रामैये स्यों एक बेनती मेरी पूंजी राख मुरार, को बनजारो राम को मेरा टांडा लादया जाए रे। हों बनजारो राम को सहज करो व्यापार, मैं राम नाम धन लादया बिख लादी संसार। कहंदे उस परमेश्वर दे नाम दा वणज, तां साहब कहंदे ओ नाम दा वणज करदे, इत्थे उत्थे मन्नियन हर नाम लगे व्यापार, गुरमुख शब्द सिंहापदे तित साचे दरबार। वो सच्चे दे दरबार दे विच उस मालक दे शब्द द्वारा फिर पहचान उन्हां दी, ये उन्हां नूं मालक ने आइडेंटिटी जिहड़ी है गुरु दे शब्द द्वारा, इत्थे वाली पहचान जिहड़ी है ये फलाना साहब ने, ये आ ने, ये ओ ने। महाराज कहंदे शरीर दीयां कहानियां ने। उस मालक दे घर तां केवल ते केवल ओदी इबादत, ओदी आराधन करके पहचान है। बड़े बड़े दुनिया ते व्यापारी होए होंदे ने, बड़े बड़े राजे होए, लेकिन जेड़े दुनियावी तौर ते जेड़ा वो तां बहुत कुछ कमाया, लेकिन सच दा व्यापार ना कर सके, उन्हां नूं अज कोई जानदा भी नहीं। पर जे बाबे मक्खण शाह लुबाणे दा नाम अज संसार जानदा है ते व्यापारी सी, पर उन्हें जिथे अपनी रोजी रोटी का व्यापार किया, उत्थे सच का व्यापार किया। भाई साहब भाई गनी खां, भाई साहब भाई नवी खां घोड़ियां का व्यापार करते, लेकिन उत्थे उन्हां नाल सच का व्यापार किया। वो सदैव वास्ते संसार ते जाने गए, उहदे नाल नाल पता लग गया। तो महाराज कहंदे ओ शब्द दे द्वारा, शब्द उन्हां दे जीवन की पहचान बनदा, उन्हां नूं ये दात मिलदी। गुरमुख शब्द सिंहापदे तित साचे दरबार, सच्चा सौदा खर्च सच अंतर पिरम प्यार। उन्हां दे कोल सौदा भी सच दा ते उन्हां दा वरतों विहार जिहड़ा खर्च भी है ना, वो भी सच दा। वो परमेश्वर अकाल पुरख वाहिगुरु ने दात दिती ते वो थुड़दा नहीं। तिचर मूल ना थुड़ींदो जिचर आप, किरपाल शब्द अखुट बाबा नानका खाहे खर्च धन माल। वो फिर वरताया वंडिया घटदा नहीं। और जो महाराज ने बचन कहे ना, ये आप जी इतिहास पढ़ के वेखोगे ते धन गुरु नानक साहब सच्चे पातशाह महाराज जी नूं जदों पुछया ना भी इन्ना वंडदे हो खुले हथीं, ते जिन्नी वारी हिसाब हुंदा मोदी खाने उन्नी वारी वाधा। महाराज कहंदे घाटे हमेशा मेरा मेरा करके पैंदे ने। जिदण तेरा तेरा कहना, असीं वैसे बेनती मैं करदा हुंदा, मालक ने गिणती वाला तेरा नहीं सी आख्या। असीं पै गए उधरले पासे नूं, मोबाइल दा नंबर 13 लैणा जी, गड्डी दा नंबर 13 लैणा जी, उत्थे 13। असल विच वो काम पता की है भी 13 जिहड़ा नंबर है, डिजिट है, वो लैणा सौखा समझ लिया, पर मालका मेरा कुछ भी नहीं, सब कुछ तेरा है कहना बड़ा औखा लगा। इसे करके उत्थे फिर चलाकी मन कर गया। असल कहानी बाबा कहंदा सी सब कुछ ही तेरा, मेरा मुझ में किश नहीं जो किश है। ते कहंदे जदों मेरा है ही नहीं, फिर घाटे दा सवाल कित्थे होएगा। साहब कहंदे है कि उन्हां ने सच्चा सौदा खर्च सच सच अंतर पिरम प्यार, जम काल नेड़ ना आवई आप बख्शे करतार। कहंदे जिन्हां दे उत्ते करतार ने उस निरंकार करते ने बख्शिशां कर दित्तियां, फिर आत्मक मौत जां मौत दा भै
ਉਹਨਾਂ ਦੇ ਨੇੜੇ ਨਹੀਂ ਟੁੱਕਦਾ। ਉਸ ਮਾਲਕ ਦੇ ਚਰਨਾਂ ਨਾਲ ਜੁੜ ਕੇ ਐਸੇ ਨਿਰਭਉ ਹੋ ਗਏ। ਨਿਰਭਉ ਹੋਇਆ ਕਿਵੇਂ ਜਾਏਗਾ? ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸਭ ਭਉ ਮਿਟ ਗਿਆ ਜਦੋਂ ਉਸ ਨਿਰਭਉ ਦੇ ਨਾਲ ਜੁੜੇ। ਫਿਰ ਜੀਵਨ ਵਿੱਚ ਕੋਈ ਭਉ ਨਹੀਂ ਹੈ, ਕੋਈ ਡਰ ਨਹੀਂ ਹੈ। ਨਹੀਂ ਤੇ ਮਨੁੱਖ ਜਿਹੜਾ ਆ ਉਹ ਡਰਦਾ ਜਦੋਂ ਕਿਸੇ ਰੋਗ ਦੀ ਗੱਲ ਹੁੰਦੀ ਹੈ, ਕਿਸੇ ਪੀੜਾ ਦੀ ਬਾਤ ਹੁੰਦੀ ਹੈ, ਉਹਦੇ ਤੋਂ ਘੱਟ ਡਰਦਾ ਆਂਦਾ ਇਹਦੇ ਨਾਲ ਕਿਤੇ ਮਰ ਨਾ ਜਾਵਾਂ। ਇਹ ਜ਼ਿਆਦਾ ਭੈ ਹੈ, ਇਹ ਵੱਡਾ ਭੈ ਹੈ। ਔਰ ਜਿੱਦਣ ਉਸ ਮਾਲਕ ਨੇ ਕਿਰਪਾ ਕਰ ਦਿੱਤੀ, ਉੱਥੇ ਫਿਰ ਬਾਬਾ ਕਬੀਰ ਕਹਿੰਦੇ ਆਪੇ ਪਾਵਕ ਆਪੇ ਪਵਣਾ ਜਾਰੇ ਖਸਮ ਤਾਂ ਰਾਖੇ ਕਵਣਾ। ਕਹਿੰਦੇ ਫਿਰ ਕੌਣ? ਜਦੋਂ ਉਹ ਮਾਲਕ ਰੱਖਿਆ ਕਰਦਾ ਹੈ, ਉਹ ਦਾਤਾ, ਫਿਰ ਕਹਿੰਦੇ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ। ਜਿਵੇਂ ਛੋਟਾ ਜਿਹਾ ਬੱਚਾ ਬਾਪ ਨੇ ਗੋਦ ਵਿੱਚ ਚੁੱਕਿਆ ਹੋਵੇ ਨਾ, ਜਾਂ ਉਹਦਾ ਹੱਥ ਪਕੜ ਕੇ ਤੁਰਿਆ ਹੋਵੇ, ਤੇ ਕਿੰਨਾ ਸਿਕਿਉਰ ਹੁੰਦਾ ਹੈ ਉਹ ਆਪਣੇ ਆਪ ਨੂੰ ਕਿ ਮੈਂ ਆਪਣੇ ਬਾਪ ਦੀ ਗੋਦ ਵਿੱਚ ਹਾਂ, ਮੇਰਾ ਬਾਪ ਮੇਰੇ ਨਾਲ ਹੈ। ਲੇਕਿਨ ਤੁਸੀਂ ਉਹਨੂੰ ਭੀੜ ਦੇ ਵਿੱਚ 10 ਮਿੰਟ ਕਈ ਵਾਰੀ ਆਪਾਂ ਬੱਚਿਆਂ ਨਾਲ ਕਰਦੇ ਵੀ ਹਾਂ, ਵੀ ਮਾੜਾ ਜਿਹਾ ਓਲੇ ਹੋ ਜਾਓ, ਤੇ ਤੁਸੀਂ ਵੇਖੋ ਉਹ ਰੋਣਾ ਸ਼ੁਰੂ ਕਰ ਦਿੰਦਾ। ਲੋਕ ਤਾਂ ਉਹੀ ਨੇ, ਦੁਕਾਨਾਂ ਜੋ ਕੁਝ ਹੈ ਸਭ ਚਮਕਦਮ ਕੋਵੇਂ ਹੈ, ਪਰ ਰੋ ਰਿਹਾ ਕਿਉਂ? ਕਿਉਂਕਿ ਆਪਣੇ ਬਾਪ ਦੀ ਛਤਰ ਛਾਇਆ ਚੋਂ ਬਾਹਰ ਹੋ ਗਿਆ। ਇਸੇ ਤਰ੍ਹਾਂ ਉਹਦੇ ਪਿਆਰੇ ਉਸ ਮਾਲਕ ਨੂੰ ਹਰ ਵਕਤ ਅੰਗ ਸੰਗ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਦੋਂ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ, ਕੋਠੜੀ ਦੇ ਵਿੱਚ, ਤੇ ਜਿੱਦਣ ਚੈਕਿੰਗ ਹੋਈ ਨਾ ਤੇ ਬਾਹਰ ਕੋਠੜੀ ਕੋਈ ਰੋ ਰਿਹਾ ਸੀ, ਉਹ ਜਦੋਂ ਬਾਹਰ ਉਹਨਾਂ ਨੂੰ ਕੱਢਿਆ ਤੇ ਉਹ ਜਿਹੜਾ ਚੈਕਿੰਗ ਤੇ ਆਇਆ ਉਹ ਕਹਿੰਦਾ ਵੀ ਇਹ ਬੰਦਾ ਕੱਲਾ ਨਹੀਂ ਰਹਿੰਦਾ, ਇਹਦੇ ਹਾਵ ਭਾਵ ਕੱਲਿਆਂ ਵਾਲੇ ਨਹੀਂ ਆ, ਇਹਦੇ ਚਿਹਰੇ ਦੀ ਜਿਹੜੀ ਚਮਕ ਹੈ ਜਾਂ ਇਹਦੇ ਹਾਵ ਭਾਵ ਨੇ ਉਹ ਦੱਸਦੇ ਨੇ। ਤੇ ਅੱਗੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਮੁਸਕਰਾ ਕੇ ਕਹਿੰਦੇ ਜੀ ਬਿਲਕੁਲ ਮੈਂ ਕੱਲਾ ਨਹੀਂ ਰਹਿੰਦਾ, ਮੇਰੇ ਨਾਲ ਹੈ ਕੋਈ। ਉਹਨਾਂ ਨੂੰ ਜਿਹੜੇ ਉੱਥੇ ਜੇਲ੍ਹ ਵਾਲੇ ਉਹਨਾਂ ਹੱਥਾਂ ਪੈਰਾਂ ਦੀ ਪੈ ਗਈ। ਉਹ ਆਂਦੇ ਚੈੱਕ ਕਰੋ, ਕੋਠੜੀ ਚੈੱਕ ਕੀਤੀ, ਸਭ ਕੁਛ ਵੀ ਨਹੀਂ, ਉੱਥੇ ਕੋਈ ਵੀ ਨਹੀਂ ਸੀ। ਉਹ ਕਹਿੰਦੇ ਜੀ ਅੰਦਰ ਤਾਂ ਕੋਈ ਵੀ ਨਹੀਂ। ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਮੁਸਕਰਾ ਕੇ ਕਹਿੰਦੇ ਜਿਹੜਾ ਹਰ ਵਕਤ ਮੇਰੇ ਨਾਲ ਰਹਿੰਦਾ ਉਹ ਤੁਹਾਡੇ ਵਾਲੀਆਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਔਰ ਇਹ ਭਰੋਸਾ ਜੋ ਦਸਮ ਪਾਤਸ਼ਾਹ ਕਹਿੰਦੇ ਨਾ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਪੇ ਪੂਤੇ। ਗੁਰ ਮੇਰੇ ਸੰਗ ਸਦਾ ਹੈ, ਇਹ ਭਾਵਨਾ ਰੱਖ ਕੇ ਤੁਰਨਾ ਹੈ। ਜਦੋਂ ਇਹ ਭਾਵਨਾ ਹੈ ਕਿ ਗੁਰੂ ਹਰ ਥਾਂ ਤੇ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ, ਫਿਰ ਉਹਦੇ ਜੀਵਨ ਵਿੱਚ ਘਬਰਾਹਟ ਨਹੀਂ ਹੈ, ਨਿਰਭਉ। ਕਹਿੰਦੇ ਜਿਨ੍ਹਾਂ ਨੂੰ ਆਪ ਕਰਤਾਰ ਨੇ ਅਖੀਰਲੀ ਪੰਕਤੀ ਬਖਸ਼ ਕਰਦੇ ਨੇ, ਨਾਨਕ ਨਾਮ ਰਤੇ ਸੇ ਧਨਵੰਤ ਹੈਣ, ਨਿਰਧਨ ਹੋਰ ਸੰਸਾਰ। ਕਹਿੰਦੇ ਜਿਹੜੇ ਨਾਨਕ ਨਾਮ ਰਤੇ ਸੇ ਧਨਵੰਤ ਹੈਨ, ਨਿਰਧਨ ਹੋਰ ਸੰਸਾਰ। ਕਹਿੰਦੇ ਜਿਹੜੇ ਨਾਮ ਵਿੱਚ ਰਤੇ ਨੇ ਉਹ ਅਸਲ ਵਿੱਚ ਧਨਵਾਨ ਹੈ, ਬਾਕੀ ਸੰਸਾਰ ਤਾਂ ਜਿਹੜਾ ਹੈ ਉਹ ਨਿਰਧਨ ਹੈ। ਜਗਤ ਵਿੱਚ ਉਲਟ ਹੁੰਦਾ ਹੈ, ਜਿਹਦੇ ਕੋਲੇ 4 ਕੌਡੀਆਂ ਲੋਕ ਕਹਿੰਦੇ ਬੜਾ ਧਨੀ ਬੰਦਾ ਹੈ, ਤੇ ਜਿਹਦੇ ਕੋਲੇ ਸੰਸਾਰਕ ਤੌਰ ਤੇ ਪਤਾ ਕਹਿੰਦੇ ਜੀ ਇੱਥੇ ਕੰਗਾਲ ਹੈ। ਔਰ ਸੰਸਾਰ ਵਿੱਚ ਆਦਰ ਨਰਾਦਰ ਦੀ ਵੀ ਕਹਾਣੀ ਇਹ ਹੁੰਦੀ ਹੈ, ਜਿਹਦੇ ਕੋਲੇ 4 ਪੈਸੇ ਨੇ, ਮਹਾਰਾਜ ਨੇ ਬਾਣੀ 'ਚ ਵੀ ਲਿਖਿਆ, ਆਥ ਹੋਏ ਤਾਂ ਮੁਗਧ ਸਿਆਣਾ। ਇਹ ਪੰਜਾਬੀ 'ਚ ਨਾ ਇੱਕ ਮੁਹਾਵਰਾ ਵਰਤਿਆ ਜਾਂਦਾ, ਕਹਿੰਦੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਵੀ ਜਿਹਦੇ ਕੋਲੇ 4 ਪੈਸੇ ਉਹਨੂੰ ਮਾੜੀ ਗੱਲ ਭਾਵੇਂ ਬੇਤੁਕੀ ਵੀ ਕਰੇ, ਵਾਹ ਜੀ ਵਾਹ ਵਾਹ ਕਿੱਡੀ ਵੱਡੀ ਗੱਲ ਕਰ ਦਿੱਤੀ। ਔਰ ਤੁਸੀਂ ਵੇਖੋ ਆਮ ਲੋਕ ਉਹਨਾਂ ਨਾਲ ਬਹੁਤ ਕੁਝ ਵਰਤਦਾ, ਨਹੀਂ ਕੋਈ ਪਤਾ ਲੱਗਦਾ। ਲੇਕਿਨ ਜਿਹਦੇ ਕੋਲੇ ਧਨ ਪਦਾਰਥ ਹੈ, ਕੋਈ ਸੈਲੀਬ੍ਰਿਟੀ ਹੈ, ਕੁਝ ਹੈ, ਪੇਪਰਾਂ 'ਚ ਛਪ ਜਾਏਗਾ, ਟੀਵੀ ਤੇ ਚੱਲੇਗਾ, ਬੜਾ ਕੁਝ ਅੱਜ ਫਲਾਣੇ ਨੂੰ ਐ ਹੋਇਆ, ਇਹਨੂੰ ਆ ਹੋਇਆ, ਉਹਦੇ ਕੋਲ ਆ। ਲੇਕਿਨ ਗਰੀਬ ਦੀ ਕਹਾਣੀ ਨਹੀਂ ਹੈ। ਲੇਕਿਨ ਮਹਾਰਾਜ ਅਸਲ ਵਿੱਚ ਕਹਿੰਦੇ ਹੈ, ਜਦੋਂ ਬਾਬਾ ਕਬੀਰ ਜੀ ਨੇ ਸ਼ਬਦ ਵਰਤਿਆ ਨਾ, ਨਿਰਧਨ ਆਦਰ ਕੋਈ ਨਾ ਦੇ, ਉਹਦੇ ਵਿੱਚ ਅਖੀਰ ਤੇ ਜਾ ਕੇ ਕਹਿੰਦੇ ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ। ਜਿਹਦੇ ਕੋਲ ਨਾਮ ਨਹੀਂ ਅਸਲ ਵਿੱਚ ਉਹ ਕੰਗਾਲ ਹੈ। ਔਰ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਨ ਕੇ ਸਾਕ ਨਾ ਸਿੰਨਾ।
ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਔਰ ਸੁਖਮਨੀ ਸਾਹਿਬ ਵਿੱਚ ਇੱਕ ਬਚਨ ਆਖਿਆ, ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਈ, ਸਭ ਕੁਝ ਆ ਜਾਏ, ਸੁਖੀ ਨਹੀਂ ਹੋ ਸਕੇਗਾ। ਆਖਿਆ ਜੀ ਫਿਰ ਵੀ ਨਹੀਂ ਸੁਖੀ ਹੋ ਸਕਦਾ। ਮਹਾਰਾਜ ਕਹਿੰਦੇ ਨਹੀਂ, ਫਿਰ ਕਿਵੇਂ ਸੁਖੀ ਹੋਵਾਂਗਾ? ਕਹਿੰਦੇ ਜੇ ਪਰਮੇਸ਼ਰ ਦਾ ਨਾਮ ਤੇਰੇ ਕੋਲੇ ਹੋਵੇਗਾ ਫਿਰ ਸੁਖੀ ਹੋਏਗਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕਹਿੰਦੇ ਉਹ ਅਸਲ ਵਿੱਚ ਰੱਬ ਦੇ ਪਿਆਰੇ ਜਿਨ੍ਹਾਂ ਕੋਲੇ ਉਹ ਧਨਵੰਤ ਪਤ, ਕਹਿਣ ਲੱਗੇ ਉਹ ਧਨਵੰਤ ਹੈ ਸਭ ਨਾਲੋਂ ਵੱਡਾ, ਪਤਵੰਤ ਹੈ ਸਭ ਨਾਲੋਂ ਵੱਡਾ, ਕੁਲਵੰਤ ਹੈ, ਜੀਵਨ ਮੁਕਤ ਹੈ। ਪਰ ਕਦੋਂ? ਕਹਿੰਦੇ ਜਿਸ ਹਿਰਦਾ ਭਗਵੰਤ, ਜਿਸ ਦੇ ਹਿਰਦੇ ਵਿੱਚ ਮਾਲਕ ਵਸਦਾ। ਦਾਤਾ ਦਇਆ ਕਰੇ। ਇਹ ਜੋ 2 ਸ਼ਲੋਕਾਂ ਦੀ ਆਪਾਂ ਵਿਚਾਰ ਕੀਤੀ ਹੈ, ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਸਭ ਨਾਲੋਂ ਵੱਡੇ ਸਾਹਿਬਜ਼ਾਦੇ, ਜਿਨ੍ਹਾਂ ਦਾ ਜਨਮ ਅੱਜ ਦੇ ਦਿਹਾੜੇ ਪੌਂਟਾ ਸਾਹਿਬ ਦੀ ਧਰਤੀ, ਜਿੱਥੇ ਉਸ ਵਕਤ ਤੇ ਨਾਹਨ ਰਿਆਸਤ ਦਾ ਪਾਸਾ ਪੈਂਦਾ ਸੀ, ਤੇ ਮਹਾਰਾਜ ਉਸ ਧਰਤ ਤੇ ਰਾਜਾ ਮੇਦਨੀ ਪ੍ਰਕਾਸ਼ ਗੁਰੂ ਘਰ ਦਾ ਬੜਾ ਭਾਵਨਾ ਉਹਦੇ ਅੰਦਰ ਪ੍ਰੀਤ ਰਹੀ। ਕਿਉਂਕਿ ਜਿਸ ਸਥਾਨ ਤੇ ਆਪਾਂ ਬੈਠੇ ਹਾਂ, ਜਿਵੇਂ ਰਾਜਾ ਮਿਰਜ਼ਾ ਜੈ ਸਿੰਘ, ਉਹਦੇ ਅੰਦਰ ਭਾਵਨਾ ਸੀ ਤੇ ਮਹਾਰਾਜ ਜੀ ਨੇ ਭਾਗ ਲਾਏ। ਇਸੇ ਕਰਕੇ ਬੰਗਲੇ ਤਾਂ ਬੜੇ ਲੋਕਾਂ ਨੇ ਬਣਾਏ ਤੇ ਬਣੇ ਹੋਣਗੇ, ਖੰਡਰ ਬਣ ਗਏ। ਤੁਸੀਂ ਇੱਥੇ ਸ਼ਹਿਰ ਵਿੱਚ ਹੀ ਬੜੇ ਬੜੇ ਵੱਡੇ ਕਿਲੇ, ਬੜਾ ਕੁਝ ਵੇਖੋਗੇ ਜਿਹੜੇ ਅੱਜ ਖੰਡਰਾਤ ਹੈ, ਕੁਝ ਵੀ ਨਹੀਂ ਹੈ। ਲੇਕਿਨ ਜਿੱਥੇ ਮਾਲਕ ਨੇ ਚਰਨ ਪਾ ਦਿੱਤੇ ਉਹ ਬੰਗਲਾ ਸਾਹਿਬ ਹੋ ਗਿਆ। ਔਰ ਅੱਜ ਹਰ ਇੱਕ ਜੀਵ ਕਿਸੇ ਵੀ ਧਰਮ ਦਾ ਹੈ, ਉਹ ਇਸ ਮਾਲਕ ਦੇ ਦਰ ਤੇ ਆ ਕੇ ਇੱਥੋਂ ਦੀ ਚਰਨ ਧੂੜ ਮਸਤਕ ਨੂੰ ਲਾ ਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਵੀ ਸ਼ੁਕਰ ਹੈ ਦਾਤਿਆ ਮੈਨੂੰ ਤੇਰੇ ਦਰ ਦੇ ਦੀਦਾਰ ਹੋਏ। ਪਰ ਕਿਉਂ ਹੋ ਗਿਆ? ਕਿਉਂਕਿ ਉਸ ਮਾਲਕ ਨੇ ਨਵਾਜ ਦਿੱਤਾ। ਐਸੇ ਹੀ ਉਹਨੂੰ ਨਵਾਜਣ ਵਾਸਤੇ ਮਹਾਰਾਜ ਉੱਥੇ ਗਏ, ਕਿਰਪਾ ਕਰਨ ਵਾਸਤੇ। ਉੱਥੇ ਫਿਰ ਭੰਗਾਣੀ ਦਾ ਜੰਗ, ਜਿਹੜਾ ਖਾਸ ਕਰਕੇ ਫਤਿਹ ਸ਼ਾਹ ਗੜਵਾਲੀਆ ਤੇ ਹਰੀ ਚੰਦ ਹੰਡੂਰੀਆ ਤੇ ਭੀਮ ਚੰਦ ਕਹਿਲੂਰੀਆ, 3 ਸਨ ਜਿਨ੍ਹਾਂ ਨੇ ਅਕਾਰਨੀ ਜਿਹੜਾ ਹੈ ਵਿਗਾੜ ਪੈਦਾ ਕੀਤਾ। ਉਹ ਜੰਗ ਹੋਇਆ, ਉਹਦੇ ਵਿੱਚ ਜਿੱਤ ਹੋਈ। ਉੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਦੋਂ ਮਾਤਾ ਸੁੰਦਰੀ ਜੀ ਹੋਣਾ ਦੀ ਕੁੱਖ ਤੋਂ, ਇਹ ਚੇਤਾ ਰੱਖਿਓ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਧੰਨ ਮਾਤਾ ਸੁੰਦਰੀ ਜੀ ਹੋਣਾ ਦੀ ਕੁੱਖ ਤੋਂ ਹੋਇਆ। ਤੇ ਬਾਕੀ ਜੋ 3 ਸਾਹਿਬਜ਼ਾਦੇ ਹੈ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਤਿੰਨੋਂ ਸਾਹਿਬਜ਼ਾਦਿਆਂ ਦਾ ਜਨਮ ਧੰਨ ਮਾਤਾ ਜੀਤੋ ਜੀ ਹੋਣਾ ਦੀ ਕੁੱਖ ਤੋਂ ਹੋਇਆ। ਮਾਤਾ ਸੁੰਦਰੀ ਜੀ ਹੋਣੀ, ਕਿਉਂਕਿ ਮਹਾਰਾਜ ਗੁਰਬਾਣੀ ਚ ਕਹਿੰਦੇ ਧੰਨ ਸੋ ਵੰਸ਼ ਧੰਨ ਸੋ ਪਿਤਾ, ਕਹਿੰਦੇ ਧੰਨ ਹੈ ਉਹ ਵੰਸ਼, ਧੰਨ ਹੈ ਉਹ ਪਿਤਾ, ਧੰਨ ਹੈ ਮਾਂ ਜਿਸ ਨੇ ਐਸੇ ਯੋਧੇ, ਐਸੇ ਜੀਵਨ ਵਾਲਿਆਂ ਨੂੰ ਜਨਮ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਜੰਮਣ ਮਰਨੋਂ ਬਾਹਰੇ ਪਰ ਉਪਕਾਰੀ ਜਗ ਵਿੱਚ ਆਏ। ਔਰ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੂਸਰੀ ਪੌੜੀ ਵਿੱਚ ਆਖਿਆ, ਗੁਰਮੁਖ ਪੰਡਿਤ ਹੋਏ ਮਨ ਪ੍ਰਬੋਧੀਐ, ਗੁਰਮੁਖ ਆਪ ਗਵਾਏ ਅੰਦਰ ਸੋਧੀਐ, ਗੁਰਮੁਖ ਸਤ ਸੰਤੋਖ ਨ ਕਾਮ ਕਰੋਧੀਐ, ਗੁਰਮੁਖ ਹੈ ਨਿਰਵੈਰ ਨ ਵੈਰ ਵਿਰੋਧੀਐ, 4 ਵਰਨਾ ਉਪਦੇਸ਼ ਸਹਿਜ ਸਮੋਧੀਐ, ਧਨ ਜਣੇਂਦੀ ਮਾਉ ਜੋਧਾ ਜੋਧੀਐ। ਔਰ ਐਸੇ ਯੋਧੇ ਜਿਨ੍ਹਾਂ ਦੀ ਜਵਾਨੀ ਕਿਸੇ ਦੂਸਰੇ ਦੀ ਇੱਜ਼ਤ ਅਸਮਤ ਬਚਾਉਣ ਦੇ ਕੰਮ ਆਈ, ਕਿਸੇ ਦੀ ਧੀ ਭੈਣ ਦੇ ਨਾਲ ਧੱਕਾ ਹੋ ਰਿਹਾ, ਉਹਨੂੰ ਬਚਾਉਣ ਦੇ, ਉਹਦੀ ਇੱਜ਼ਤ ਦੇ ਰਖਵਾਲੇ ਬਣੇ ਨੇ। ਔਰ ਅੱਜ ਦੀ ਨੌਜਵਾਨੀ ਨੂੰ, ਜਿਨ੍ਹਾਂ ਦੇ ਅਸਲ ਵਿੱਚ ਰੋਲ ਮਾਡਲ, ਰੀਅਲ ਹੀਰੋ ਜਿਹੜੇ ਨੇ, ਉਹ ਐਸੇ ਜੀਵਨ ਹੋਣੇ ਚਾਹੀਦੇ ਹੈ ਵੀ ਜੇ ਜਵਾਨੀ ਹੈ ਤੇ ਉਹ ਕਿਸੇ ਦੀ ਇੱਜ਼ਤ ਅਸਮਤ ਲੁੱਟਣ ਦੀ ਨਹੀਂ, ਉਹਨੂੰ ਬਚਾਉਣ ਦੇ ਜਿਹੜਾ ਉਹ ਕੰਮ ਆਵੇ। ਉਹ ਕਿਸੇ ਦਾ ਭਰਾ ਬਣ, ਕਿਸੇ ਦਾ ਰਖਵਾਲਾ ਬਣ ਕੇ, ਜੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੋਣਾ ਨੇ ਆਪਣੇ ਜੀਵਨ ਦੇ ਵਿੱਚ, ਔਰ ਮਹਾਰਾਜ ਜੀ ਨੇ ਵੀ ਬੇਨਤੀ ਅਖੀਰ ਤੇ ਕਰਾਂ, ਸਮਾਂ ਹੋ ਗਿਆ, ਨਾਮ ਵੀ ਅਜੀਤ ਰੱਖਿਆ। ਔਰ ਇਹ ਬਚਨ ਅਸੀਂ ਬਚਿੱਤਰ ਨਾਟਕ ਵਿੱਚ ਪੜ੍ਹਦੇ ਹਾਂ ਕਿ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰ ਜੀਤ ਆਏ। ਕਹਿੰਦੇ ਉਹ ਮਹਾਰਾਜ ਨੂੰ ਜਦੋਂ ਖਬਰ ਮਿਲੀ ਨਾ ਸਪੁੱਤਰ ਦਾ ਜਨਮ ਹੋਇਆ, ਤੇ ਨਾਮ ਕੀ ਰੱਖਿਆ ਜਾਏ? ਮਹਾਰਾਜ ਕਹਿੰਦੇ ਆ ਕਿ ਅਜੀਤ ਰੱਖਿਆ ਜਾਏ, ਜਿਹਨੂੰ ਕਦੇ ਮੌਤ ਵੀ ਜਿੱਤ ਨਹੀਂ ਪਾਏਗੀ। ਔਰ ਇਹ
ਅਖਬਾਰਾਂ ਤੇ ਦਰਬਾਰੇ ਮੌਲਾ ਦੇ ਅੰਦਰ ਲਿਖਿਆ ਹੈ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਜਿੱਦਣ ਸ਼ਹਾਦਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ 400 ਦੇ ਲਗਭਗ ਫੱਟ ਸਨ ਉਹਨਾਂ ਦੇ ਤਨ ਤੇ। ਜਿਹੋ ਜਿਹਾ ਜਿਸ ਤਰੀਕੇ ਨਾਲ ਉਹ ਜੂਝ ਕੇ ਉਹਨਾਂ ਨੇ ਮੈਦਾਨੇ ਜੰਗ ਵਿੱਚ ਜੌਹਰ ਵਿਖਾਏ, महाराज सच्चे पातशाह ने बचन आख्या, शाबाश पिसर खूब दलेरी से लड़े हो, हाँ क्यों ना हो गोबिंद के फरजंद जो बड़े हो। तो ऐसे सतगुरां दे फरजंद साहिबजादे बाबा अजीत सिंह जी हुणां दे पावन पवित्र जन्म दिहाड़े दियां आप संगतां नूं बहुत बहुत वधाइयां मुबारकां होण जी। कोटान कोटान शुकर धन श्री गुरु ग्रंथ साहिब महाराज जी दा, धन श्री गुरु हरकृष्ण पातशाह महाराज जी ने बख्शिश कीती आप जी के नाल विचार साझी कर सके हैं। और दिल्ली से गुरुद्वारा प्रबंधक कमेटी के समूह निजाम और सत्कारयोग सिंह साहब ज्ञानी रंजीत सिंह जी, तिन्हां दा बहुत बहुत धन्यवाद। सेवादारां गुरु के प्यारे वजीरां दा सबना दा बहुत बहुत धन्यवाद। होइयां भुल्लां दी खिमा। वाहिगुरू जी का खालसा वाहिगुरू जी की फतेह।